डियर स्टूडेंट, ਅੱਜ ਅਸੀਂ ਜਿਹੜਾ ਹੈ ਨਿਊ ਆਰਟੀਕਲ ਜਿਹੜਾ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਆਲਟਰਨੇਟਿੰਗ ਵੋਲਟੇਜ ਅਪਲਾਈਡ ਟੂ ਅ ਕੈਪੈਸਿਟਰ। ਪਿਛਲੇ ਆਰਟੀਕਲ ਦੇ ਵਿੱਚ ਅਸੀਂ ਆਲਟਰਨੇਟਿੰਗ ਵੋਲਟੇਜ ਜਿਹੜੀ ਹੈ ਰੈਜ਼ਿਸਟੈਂਸ ਦੇ ਉੱਪਰ ਅਪਲਾਈ ਕੀਤੀ ਸੀ। ਉਹਦਾ ਬਿਹੇਵੀਅਰ ਅਸੀਂ ਸਟੱਡੀ ਕੀਤਾ ਕਿ ਰੈਜ਼ਿਸਟੈਂਸ ਦੇ ਉੱਤੇ ਜਦੋਂ ਆਲਟਰਨੇਟਿੰਗ ਈਐਮਐਫ ਅਪਲਾਈ ਕਰਦੇ ਆ ਤੇ ਆਲਟਰਨੇਟਿੰਗ ਕਰੰਟ ਤੇ ਆਲਟਰਨੇਟਿੰਗ ਈਐਮਐਫ ਦੇ ਵੇਰੀ ਸਾਈਮਲਟੇਨੀਅਸਲੀ ਇਕੱਠੇ ਵੇਰੀ ਕਰਦੇ ਨੇ, ਇਕੱਠੇ ਮੈਕਸਿਮਮ ਹੁੰਦੇ ਆ, ਇਕੱਠੇ ਜ਼ੀਰੋ ਹੁੰਦੇ ਆ। ਉਹਨਾਂ ਵਿੱਚ ਕਰੰਟ ਤੇ ਈਐਮਐਫ ਦਾ ਫੇਜ਼ ਰਿਲੇਸ਼ਨਸ਼ਿਪ ਸਾਡਾ ਆਇਆ ਸੀਗਾ ਜ਼ੀਰੋ। ਉਹਦੇ ਵਿੱਚ ਅਸੀਂ ਫੇਜ਼ਰ ਡਾਇਗਰਾਮ ਨੂੰ ਵੀ ਅਸੀਂ ਡਿਸਕਸ ਕੀਤਾ ਸੀ। ਆਈ ਹੋਪ ਕਿ ਤੁਸੀਂ ਉਹ ਵਾਲਾ ਜਿਹੜਾ ਲੈਕਚਰ ਹੈ ਚੰਗੇ ਤਰੀਕੇ ਦੇ ਨਾਲ ਉਹ ਦੇਖ ਲਿਆ ਹੋਵੇਗਾ। ਨਾਓ ਕਮ ਟੂ ਦਿਸ ਲੈਕਚਰ। ਅੱਜ ਕੀ ਹੈ ਸਾਡੇ ਕੋਲ, ਦੇਖੋ ਇੱਕ ਕੈਪੈਸਿਟਰ ਹੈ। ਕੈਪੈਸਿਟਰ ਦੇ ਨਾਲ ਅਸੀਂ ਆਲਟਰਨੇਟਿੰਗ ਸੋਰਸ ਜਿਹੜਾ ਹੈ ਈਐਮਐਫ ਦਾ ਅਪਲਾਈ ਕਰ ਦਿੱਤਾ ਹੈ। ਦਿਸ ਇਜ਼ ਅ ਸਾਈਨ ਫॉर ਆਲਟਰਨੇਟਿੰਗ ਕਰੰਟ ਔਰ ਆਲਟਰਨੇਟਿੰਗ ਈਐਮਐਫ ਅਸੀਂ ਅਪਲਾਈ ਕਰ ਦਿੱਤਾ। ਐਂਡ ਦਿਸ ਸਰਕਟ ਇਜ਼ ਕਾਲਡ ਕੈਪੈਸਿਟਿਵ ਸਰਕਟ। ਜਦੋਂ ਕੈਪੈਸਿਟਰ ਦੇ ਨਾਲ ਆਲਟਰਨੇਟਿੰਗ ਈਐਮਐਫ ਲਗਾਵਾਂਗੇ ਉਹਨੂੰ ਕੈਪੈਸਿਟਿਵ ਸਰਕਟ ਬੋਲਾਂਗੇ। ਕਲੀਅਰ? ਨਾਓ let alternating voltage applied to a capacitor is, ਹਾਂਜੀ ਕਿੰਨੀ ਲਗਾਈ, E is equal to E naught sin omega t। ਇਹ ਆ ਗਈ ਸਾਡੀ ਨੰਬਰ 1। ਪਿਛਲੇ ਲੈਕਚਰ ਦੇ ਵਿੱਚ ਮੈਂ ਜ਼ੋਰ ਦੇ ਕੇ ਕਿਹਾ ਸੀ ਕਿ ਹਮੇਸ਼ਾ ਮੈਂ ਦੋ ਇਕੁਏਸ਼ਨਸ ਤਿਆਰ ਕਰਨੀਆਂ ਨੇ। ਪਹਿਲੀ ਇਕੁਏਸ਼ਨ ਤੇ ਅਸੀਂ ਆਲਟਰਨੇਟਿੰਗ ਈਐਮਐਫ ਦੀ ਹੈ ਜਿਹੜੀ ਅਸੀਂ ਅਪਲਾਈ ਕਰ ਦੇਣੀ ਹੈ, ਤੇ ਸੈਕੰਡ ਇਕੁਏਸ਼ਨ ਸੋਚੋ ਕਿਹੜੀ ਤਿਆਰ ਕਰਨੀ ਹੈ, ਅਸੀਂ ਕਰਾਂਗੇ ਕਰੰਟ ਦੀ। ਤੇ ਕਰੰਟ ਨੂੰ ਜਿਹੜਾ ਹੈ ਜਦੋਂ ਅਸੀਂ ਤਿਆਰ ਕਰਨੀ ਹੈ ਇਕੁਏਸ਼ਨ, ਉਹ ਮੈਥਡ ਸਾਡਾ ਜਿਹੜਾ ਹੈ ਅਲੱਗ ਹੋ ਸਕਦਾ ਹੈ, ਪਰ ਹਰ ਆਰਟੀਕਲ ਦੇ ਵਿੱਚ ਅਸੀਂ ਕਰੰਟ ਫਾਈਂਡ ਆਊਟ ਕਰਕੇ ਉਹਦਾ ਇਕੁਏਸ਼ਨ ਨੰਬਰ ਜਿਹੜਾ ਅਸੀਂ 2 ਪਾਣਾ। ਨਾਓ ਸਾਡੇ ਕੋਲ ਕੀ ਹੈਗਾ ਕੈਪੈਸਿਟਰ, ਤੇ ਕੈਪੈਸਿਟਰ ਜਿਹੜਾ ਹੈ ਅਸੀਂ ਫਸਟ ਯੂਨਿਟ ਵਿੱਚ ਡਿਸਕਸ ਕੀਤਾ ਸੀ ਕਿ ਜਦੋਂ ਵੀ ਕੈਪੈਸਿਟਰ ਹੋਵੇ ਤੇ ਕੈਪੈਸਿਟਰ ਦੇ ਉੱਤੇ ਚਾਰਜ ਜਿਹੜਾ ਹੈ ਡਿਵੈਲਪ ਹੁੰਦਾ ਹੈ। Q is equal to CV ਤੇ what is C? C is the capacitance। ਇਹ ਕੈਪੈਸਿਟੀ ਹੈ ਤੇ V ਕੀ ਚੀਜ਼ ਹੈ? ਅਪਲਾਈਡ ਵੋਲਟੇਜ। ਜਿਹੜੀ ਅਸੀਂ ਵੋਲਟੇਜ ਅਪਲਾਈ ਕਰਦੇ ਆ ਇਹ ਚਾਰਜ ਹੈ। ਨਾਓ ਇਨ ਕੇਸ ਆਫ ਕੈਪੈਸਿਟਰ Q ਦੀ ਵੈਲਿਊ CV ਤੇ V ਕਿੰਨਾ ਆਏਗਾ? ਸਾਡੇ ਕੋਲ ਆ ਜਾਏਗਾ Q/C। ਇਥੋਂ ਅਸੀਂ V ਦੀ ਵੈਲਿਊ ਕੱਢ ਲਈ Q/C। ਨਾਓ ਸਾਡਾ ਜਿਹੜਾ V ਹੈ, ਇਹ ਵੋਲਟੇਜ ਸਾਡੀ ਕਿਹੜੀ ਆ? ਆਲਟਰਨੇਟਿੰਗ। V ਦੀ ਜਗ੍ਹਾ ਤੇ ਸਾਡੇ ਕੋਲ ਆ ਗਿਆ E। ਕਲੀਅਰ ਬੇਟਾ? A ਦੀ ਜਗ੍ਹਾ ਤੇ E ਆ ਗਿਆ ਇਕੁਅਲ ਟੂ, ਇਹ ਚਾਰਜ ਹੈ, ਮੈਂ ਇਹਨੂੰ ਸਮਾਲ q ਨਾਲ ਲਿਖ ਲਿਆ, ਤੇ ਥੱਲੇ ਜਿਹੜਾ ਹੈ ਦੇਖੋ ਸਾਡੇ ਕੋਲ ਕੈਪੈਸਿਟੀ ਜਿਹੜੀ ਹੈ ਕੈਪੈਸਿਟੈਂਸ ਹੀ ਥੱਲੇ ਆਈ ਹੈ। ਹਾਂਜੀ ਬੇਟਾ ਕਲੀਅਰ? ਆਈ ਥਿੰਕ ਤੁਹਾਨੂੰ ਇੱਥੇ ਤੱਕ ਕਲੀਅਰ ਹੋ ਗਿਆ ਕਿ ਕੈਪੈਸਿਟਰ ਵਾਲੇ ਕੇਸ ਵਿੱਚ EMF ਦੀ ਵੈਲਿਊ Q/ ਕਿੰਨੀ ਆਏਗੀ? C। ਨਾਓ ਇਹਦੇ ਵਿੱਚੋਂ ਅਸੀਂ Q ਦੀ ਵੈਲਿਊ ਨਿਕਾਲ ਲੈਣੇ ਆ। Q is equal to ਸਾਡੇ ਕੋਲ ਕਿੰਨਾ ਆਏਗਾ? EC। Q ਦੀ ਵੈਲਿਊ ਆ ਗਈ ਸਾਡੇ ਕੋਲ EC। E ਦੀ ਵੈਲਿਊ ਜਿਹੜੀ ਹੈ ਆ ਅਸੀਂ ਵਿੱਚ ਪੁੱਟ ਕਰ ਦਿੰਦੇ ਆ। ਨਾਓ Q is equal to ਸਾਡੇ ਕੋਲ ਆ ਜਾਏਗਾ E naught sin omega t ਤੇ ਮਲਟੀਪਲਾਈ ਬਾय ਸਾਡੇ ਕੋਲ ਕਿੰਨਾ ਆ ਗਿਆ? C। ਆ E ਦੀ ਵੈਲਿਊ ਲਗਾਤੀ ਤੇ ਨਾਲ ਜਿਹੜਾ ਹੈ ਸਾਡੇ ਕੋਲ ਉਹ C ਆ ਗਿਆ। ਆਈ ਥਿੰਕ ਤੁਹਾਨੂੰ ਜਿਹੜਾ ਹੈ ਇੱਥੋਂ ਤੱਕ ਕਲੀਅਰ ਹੈ। ਨਾਓ ਪਲੀਜ਼ ਟੈਲ ਹਾਊ ਟੂ ਫਾਈਂਡ ਕਰੰਟ। ਬੇਟਾ ਚਾਰਜ ਆ ਗਿਆ ਤੇ ਅਸੀਂ ਤੇ ਕਰੰਟ ਫਾਈਂਡ ਆਊਟ ਕਰਨਾ ਹੈ। ਕਰੰਟ ਦਾ ਫਾਰਮੂਲਾ ਯਾਦ ਕਰੋ, ਰੇਟ ਆਫ ਫਲੋ ਆਫ ਚਾਰਜ। ਬਟ ਇੱਥੇ ਲਿਖ ਦਿੰਦੇ ਹਾਂ ਹਲੇ, ਬਟ I is equal to dq/dt। ਕਰੰਟ ਦਾ ਫਾਰਮੂਲਾ ਰੇਟ ਆਫ ਫਲੋ ਆਫ ਚਾਰਜ। ਅਸੀਂ ਡਿਫਰੈਂਸ਼ੀਏਸ਼ਨ ਕਰਾਂਗੇ। ਅੱਗੇ ਆ ਗਿਆ ਦਿਸ ਇੰਪਲਾਈ I is equal to d/dt ਤੇ Q ਦੀ ਵੈਲਿਊ ਆ ਵਾਲੀ ਜਿਹੜੀ ਹੈ ਆ ਸਾਡੀ Q ਦੀ ਵੈਲਿਊ ਇੱਥੇ ਪੁੱਟ ਕਰ ਦਾਂਗੇ। ਕਿੰਨਾ ਆ ਜਾਏਗਾ? E naught ਤੇ C। ਆ ਮੈਂ C ਪਹਿਲਾਂ ਲਗਾ ਲਿਆ ਇਹਦੇ ਨਾਲ, E naught C ਤੇ ਨਾਲ ਸਾਡੇ ਕੋਲ ਜਿਹੜਾ ਹੈ sin omega t। This is E naught C sin omega t। I think ਤੁਹਾਨੂੰ ਇਸ ਕਲੀਅਰ ਹੋ ਗਿਆ। ਨਾਓ
ਜਿਹੜੀ ਚੀਜ਼ ਕਾਂਸਟੈਂਟ ਹੁੰਦੀ ਹੈ ਉਹਨੂੰ ਡਿਫਰੈਂਸ਼ੀਏਸ਼ਨ ਚੋਂ ਬਾਹਰ ਕੱਢ ਦੋ। E0 ਸਾਡੀ ਜਿਹੜੀ ਪੀਕ ਵੈਲਿਊ ਹੈ ਉਹ ਤੇ ਫਿਕਸ ਹੈ, ਬਾਹਰ ਆ ਗਈ। ਕੈਪੈਸਿਟੀ ਵੀ ਕਾਂਸਟੈਂਟ ਹੈ, ਇਹਨੂੰ ਵੀ ਅਸੀਂ ਬਾਹਰ ਨਿਕਾਲ ਦਿੱਤਾ ਤੇ ਸਾਡੇ ਕੋਲ ਸਿਰਫ ਤੇ ਸਿਰਫ ਅੰਦਰ ਜਿਹੜੀ ਵੈਲਿਊ ਬਚੇਗੀ ਉਹ ਆ ਜਾਏਗੀ ਸਾਡੇ ਕੋਲ sin ओमेगा t। अंदर रह गया सिर्फ साढ़े को sin ओमेगा t टाइम दे नाल जिहड़ी चेंज आ रही है। और I is equal to E naught C। Now what is the differentiation of sin? Sin ਦੀ differentiation साडी हैगी है cos ते नाल की लगा है ओमेगा t into ओमेगा। बेटा आ चीज का ध्यान रखना है, जेडे मैं कल रूट मीन स्केयर वैल्यू ते मीन वैल्यू वाले आर्टिकल कराए ने ਉਹਦੇ ਵਿੱਚ ਇੱਥੇ ਇੰਟੈਗ੍ਰੇਸ਼ਨ ਸੀਗੀ। ਜਦੋਂ ਇੰਟੈਗ੍ਰੇਸ਼ਨ ਹੋਏਗੀ ਉਦੋਂ ਧਿਆਨ ਰੱਖਣਾ ਹੈ ਓਮੇਗਾ ਟੀ ਦੇ ਨਾਲ ਜਿਹੜਾ ਓਮੇਗਾ ਲੱਗਾ ਹੈ ਉਹ ਥੱਲੇ ਡਿਵਾਈਡ ਕਰੀਦਾ ਹੈ। ਡਿਫਰੈਂਸ਼ੀਏਸ਼ਨ ਵਾਲੇ ਕੇਸ 'ਚ ਓਮੇਗਾ ਨੂੰ ਨਾਲ ਮਲਟੀਪਲਾਈ ਕਰਨਾ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਨਾਓ I is equal to E naught over 1 over C ओमेगा ते साढ़े कोल आ गया cos ओमेगा t। फिर देखो C ते ओमेगा ए मैं इकट्ठे करके 1 over C ओमेगा कर देता है, क्योंकि 1 over C ओमेगा इन्हें उल्ट के ऊपर ही आना है। देखो जे इन्हें सीधा करना होवे ते C ओमेगा इत्थे आ जाएगा, C ओमेगा फिर दोबारा देखो तुहाडे को ऊपर ही आएंगे। ਅਸੀਂ ਕੀ ਕੀਤਾ C ਤੇ ओमेगा ਨੂੰ ਇਹਦੇ ਨੀਚੇ ਲੈ ਗਏ ਆ 1 over C ओमेगा कर ਦਿੱਤਾ। ਐ ਮੈਂ ਕਿਉਂ ਕੀਤਾ ਇਹਦੇ ਬਾਰੇ ਵੀ ਜਿਹੜਾ ਆਪਾਂ ਡਿਸਕਸ ਕਰਾਂਗੇ। ਨਾਓ ਇਹਨੂੰ ਤੋਂ ਮੈਂ ਥੋੜਾ ਰੱਬ ਕਰ ਲਗਾ। ਪਹਿਲੀ ਇਕੁਏਸ਼ਨ ਸਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਕੋਲ ਹੈਗੀ ਹੈ E E0 sin ओमेगा t। ਹਾਂਜੀ ਬੇਟਾ ਇਸ ਇੱਥੇ ਜਿਹੜਾ ਧਿਆਨ ਨਾਲ ਦੇਖਣਾ ਹੈ E0 over something। ਧਿਆਨ ਨਾਲ ਦੇਖੋ ਆ ਕੀ ਚੀਜ਼ ਹੈ, ਮੈਂ ਤੇ ਸਾਈਡ ਤੇ ਕਰਨ ਲੱਗਾ। ਐ ਤੁਸੀਂ ਰਫ ਦੇ ਵਿੱਚ ਕਰਕੇ ਦੇਖਣਾ ਹੈ 1 over C ओमेगा। C ਦਾ C ओमेगा ਦਾ ਫਾਰਮੂਲਾ 2 pi by t ਅੱਗੇ ਪੜਿਆ ਹੈ। ओमेगा ਦਾ ਫਾਰਮੂਲਾ 2 pi by t ਹੁੰਦਾ ਹੈ। t ਜਿਹੜਾ ਹੈ ਇੱਥੇ ਹੀ ਪਿਆ ਰਹਿਣ ਦੋ 1 over C Q is equal to C V ਤੇ C ਦੀ ਵੈਲਿਊ ਆਣੀ ਆ Q over V। ਹਾਂਜੀ ਬੇਟਾ ਕਲੀਅਰ। C ਦੀ ਜਗ੍ਹਾ ਤੇ Q over ਅਸੀਂ V ਲਗਾਤਾ into 2 pi over ਕਿੰਨਾ ਆ ਗਿਆ T ਆ ਗਿਆ। ਹਾਂਜੀ ਬੇਟਾ ਕਲੀਅਰ। V ਨੂੰ ਉੱਪਰ ਲੈ ਚਲਣਾ, ਇਹਨੇ ਉਲਟ ਕੇ ਉੱਪਰ ਚੱਲ ਜਾਣਾ ਹੈ। ਉੱਪਰ ਚਲਾ ਗਿਆ V ਤੇ ਨੀਚੇ ਆ ਗਿਆ Q over T ਇਕੱਠਾ ਕਰ ਲਿਆ। 2 pi ਦੀ ਕੋਈ ਗੱਲ ਨਹੀਂ, ਅਸੀਂ ਸਿਰਫ ਯੂਨਿਟ ਦੇਖਣੇ ਆ, ਅਸੀਂ ਜਸਟ ਯੂਨਿਟ ਡਿਸਕਸ ਕਰਨੇ ਆ। ਉੱਪਰ ਆ ਗਈ ਵੋਲਟੇਜ, ਥੱਲੇ ਆ ਗਿਆ ਚਾਰਜ ਓਵਰ ਟਾਈਮ। ਤੇ ਬੇਟਾ ਚਾਰਜ ਓਵਰ ਟਾਈਮ ਸਭ ਨੂੰ ਪਤਾ ਹੈ I is equal to dq by dt। ਚਾਰਜ ਨੂੰ ਟਾਈਮ ਨਾਲ ਡਿਵਾਈਡ ਕਰੀਏ ਤੇ ਕੀ ਆਂਦਾ ਹੈ ਕਰੰਟ। ਆ ਦੇਖੋ ਚਾਰਜ ਤੇ ਥੱਲੇ ਟਾਈਮ, ਇਹ ਬਣ ਗਿਆ V over I। ਇਹ ਸਾਡੇ ਕੋਲ I ਆ ਗਿਆ V over I। ਓਮਸ ਲਾ ਕੀ ਕਹਿੰਦਾ ਹੈ V is equal to IR ਤੇ ਜੇ ਅਸੀਂ I ਨੀਚੇ ਲੈ ਜਾਂਦੇ ਆ ਤੇ ਕਿੰਨਾ ਬਚਦਾ ਹੈ R। ਇਹਦਾ ਮਤਲਬ V over I ਕਿਹਦੇ ਇਕੁਅਲ ਹੈ R, ਤੇ ਇਹਦਾ ਮਤਲਬ ਇਹ ਸਾਰਾ ਕਿਹਦੇ ਇਕੁਅਲ ਆਇਆ R। ਜੇ ਇਸ ਚੀਜ਼ ਨੂੰ ਅਸੀਂ ਸੋਲਵ ਕਰੀ ਜਾਈਏ ਤੇ ਧਿਆਨ ਨਾਲ ਦੇਖੋ ਆਖਿਰ ਦੇ ਵਿੱਚ ਸਾਨੂੰ ਰੈਜ਼ਿਸਟੈਂਸ ਮਿਲਦੀ ਹੈ। ਇਹਦਾ ਮਤਲਬ ਜਿਹੜੀ ਆਹ ਵਾਲੀ ਵੈਲਿਊ ਹੈ ਨਾ ਇਟ ਇਜ਼ ਅ ਰੈਜ਼ਿਸਟੈਂਸ, ਇਹ ਸਾਡੀ ਰੈਜ਼ਿਸਟੈਂਸ ਹੈ। ਹਾਂਜੀ ਬੇਟਾ ਕਲੀਅਰ। ਤੇ ਉੱਪਰ EMF ਥੱਲੇ ਰੈਜ਼ਿਸਟੈਂਸ। ਹਾਂਜੀ ਕਲੀਅਰ। ਨਾਓ ਕੀ ਬਣ ਗਿਆ ਉੱਪਰ EMF ਥੱਲੇ ਸਾਡੇ ਕੋਲ ਆ ਰੈਜ਼ਿਸਟੈਂਸ ਹੈ ਤੇ EMF ਨੂੰ ਜਦੋਂ ਰੈਜ਼ਿਸਟੈਂਸ ਨਾਲ ਡਿਵਾਈਡ ਕਰੋਗੇ ਉਹਦੇ ਕਰੰਟ ਆ ਜਾਏਗਾ। ਤੇ ਕਿਹੜਾ ਕਰੰਟ ਆਏਗਾ ਪੀਕ ਵੈਲਿਊ ਆਫ ਕਰੰਟ। ਜਿਸ ਤਰ੍ਹਾਂ ਮੈਂ ਪਿਛਲੇ ਲੈਕਚਰ ਦੇ ਵਿੱਚ ਜਿਹੜਾ ਆਪਾਂ ਡਿਸਕਸ ਕੀਤਾ ਸੀ ਸੇਮ ਉਸ ਤਰ੍ਹਾਂ ਜਿਹੜਾ ਹੈ ਸਾਡੇ ਕੋਲ ਇਹ ਕਰੰਟ ਆ ਜਾਏਗਾ। ਆਈ ਥਿੰਕ ਇਹ ਸਾਈਡ ਤੇ ਬੇਟਾ ਤੁਸੀਂ ਇਹਨੂੰ ਉਤਾਰ ਕੇ ਇਹਨੂੰ ਯਾਦ ਰੱਖਣਾ ਹੈ ਕਿ ਇਹ ਰੈਜ਼ਿਸਟੈਂਸ ਕਿਉਂ ਹੈ। ਇਸ ਤਰ੍ਹਾਂ ਉਹਦੀ ਡਾਈਮੈਂਸ਼ਨ ਜਿਹੜੀ ਹੈ ਅਸੀਂ ਉਹ ਫਾਈਂਡ ਆਊਟ ਕੀਤੀ। ਨਾਓ ਪੁੱਟ ਅਸੀਂ ਪੁੱਟ ਕਰ ਲੱਗੇ ਆ E0 over 1 over C ओमेगा ਨੂੰ I0। ਇਹ ਸਾਰੀ ਇਕੁਏਸ਼ਨ ਨੂੰ ਅਸੀਂ I0 ਲਿਖਤਾ। ਬੇਟਾ ਹੋ ਗਿਆ ਕਲੀਅਰ। ਕਿਉਂ EMF over ਰੈਜ਼ਿਸਟੈਂਸ, ਜਦੋਂ ਵੀ ਵੋਲਟੇਜ ਨੂੰ ਰੈਜ਼ਿਸਟੈਂਸ ਨਾਲ ਡਿਵਾਈਡ ਕਰੋਗੇ ਤੇ ਕਰੰਟ,
ਇਹ ਪੀਕ ਵੈਲਿਊ ਹੋਣ ਕਰਕੇ ਸਾਡੀ ਪੀਕ ਵੈਲਿਊ ਆ ਜਾਏਗੀ। देयरफॉर ਸਾਡੇ ਕੋਲ I ਦੀ ਵੈਲਿਊ ਆ ਗਈ I ਨॉट cos ओमेगा t। ਹਾਂਜੀ ਬੇਟਾ ਹੁਣ ਧਿਆਨ ਨਾਲ ਦੇਖਣਾ ਕੀ ਇਹਨੂੰ ਮੈਂ ਇਕੁਏਸ਼ਨ ਨੰਬਰ 2 ਪਾ ਦੇਵਾਂ। ਧਿਆਨ ਨਾਲ ਸੋਚੋ ਕੀ ਇਹਨੂੰ ਅਸੀਂ ਇਕੁਏਸ਼ਨ ਨੰਬਰ 2 ਲਿਖ ਦਈਏ? नहीं लिखनी, क्योंकि ਜਿਹੜੀ ਸਾਡੀ ਪਹਿਲੀ ਇਕੁਏਸ਼ਨ ਹੈ मैं ਇੱਥੇ ਲਿਖ ਦੇਣਾ E वाली देखो E is equal to E नॉट sin ओमेगा t। ਉਹ ਆ ਇਕੁਏਸ਼ਨ ਹੈ ਜਿਹੜੀ ਫਸਟ ਇਕੁਏਸ਼ਨ ਸਾइन ਦੇ ਵਿੱਚ ਹੈਗੀ ਹੈ। ਤੇ ਜਦੋਂ ਅਸੀਂ ਇਹਨਾਂ ਦੇ ਫੇਜ਼ ਕੰਪੇਅਰ ਕਰਨੇ ਆ ਤੇ ਧਿਆਨ ਰਹਿਣਾ ਹੈ ਫੇਜ਼ ਤਾਂ ਕੰਪੇਅਰ ਹੋਣਗੇ ਜੇ ਇੱਥੇ ਸਾइन ਹੈ ਤੇ ਇੱਥੇ ਵੀ ਸਾइन ਹੀ ਚਾਹੀਦਾ ਹੈ। ਐ ਨਹੀਂ ਹੈ ਕਿ ਇੱਕ ਸਾइन ਹੋਵੇ ਤੇ ਦੂਜਾ cos, ਇਹਨੂੰ ਕੰਪੇਅਰ ਕਰੋਗੇ, ਇਸ ਤਰ੍ਹਾਂ ਕਦੀ ਕੰਪੈਰੀਜ਼ਨ ਨਹੀਂ ਹੋਏਗਾ। ਜੇ ਇਹ ਸਾइन ਫੰਕਸ਼ਨ ਹੈ ਤੇ ਇੱਥੇ ਵੀ ਸਾਨੂੰ ਸਾइन ਫੰਕਸ਼ਨ ਹੋਣਾ ਚਾਹੀਦਾ ਹੈ, ਤਾਂ ਹੀ ਅਸੀਂ ਜਿਹੜਾ ਇਸ ਨੂੰ ਅਸੀਂ ਕੰਪੇਅਰ ਕਰ ਸਕਦੇ ਹਾਂ। ਇਹਦਾ ਮਤਲਬ ਇਹਨੂੰ ਹਲੇ ਇਕੁਏਸ਼ਨ ਨੰਬਰ 2 ਅਸੀਂ ਨਹੀਂ ਪੁੱਟ ਕਰ ਸਕਦੇ, ਪਹਿਲਾਂ ਸਾਨੂੰ cos ਨੂੰ ਸਾइन ਦੇ ਵਿੱਚ ਬਦਲਣਾ ਪਏਗਾ। ਨਾਓ we know that ਸਾਨੂੰ ਕੀ ਪਤਾ ਹੈ ਇਹ ਫਾਰਮੂਲਾ ਬੇਟਾ ਤੁਸੀਂ ਸ਼ੁਰੂ ਤੋਂ ਪੜਿਆ sin 90 plus theta। sin 90 plus theta ਜਿਹੜਾ ਹੁੰਦਾ ਹੈ ਸਾਡੇ ਕੋਲ ਹੁੰਦਾ ਹੈ cos theta। ਹਾਂਜੀ ਬੇਟਾ ਕਲੀਅਰ? ਕਹਿਣ ਦਾ ਮਤਲਬ ਜਿਹੜਾ sin 90 ਦੀ ਜਗ੍ਹਾ ਤੇ π/2, 90 ਦੀ ਜਗ੍ਹਾ ਤੇ π/2 ਪਲੱਸ ਸਾਡਾ ਥੀਟਾ ਕਿਹੜਾ ਹੈ, ਐਂਗਲ ਕਿਹੜਾ ਹੈ ओमेगा t। एंगल ਅਸੀਂ ओमेगा t ਲਿਖਤਾ। ਜੇ sin 90 plus थीटा ਤੇ cos थीटा, ਤੇ ਜੇ sin 90 plus ओमेगा t ਹੈ ਤੇ ਸਾਡੇ ਕੋਲ ਕਿੰਨਾ ਆਏਗਾ cos ओमेगा t ਆਏਗਾ। ਹਾਂਜੀ ਬੇਟਾ ਕਲੀਅਰ? ਇਹਦਾ ਮਤਲਬ ਇਹ ਵਾਲੀ ਜਿਹੜੀ cos ਦੀ ਵੈਲਿਊ ਹੈ ਇਹਦੀ ਜਗ੍ਹਾ ਤੇ ਮੈਂ sin ਚ ਲਿਖਣਾ ਹੋਏ ਤੇ π/2 plus ओमेगा t ਲਿਖਾਂਗਾ। ਹਾਂਜੀ ਬੇਟਾ ਕਲੀਅਰ? ਇੱਕ ਹੋਰ ਚੀਜ਼ ਦੇਖੋ, ਇਹ ਤੁਸੀਂ ਲਿਖਣਾ ਨਹੀਂ ਹੈ ਇੱਥੇ, ਇਹ ਤੁਹਾਡੀ ਸਮਝ ਵਾਸਤੇ ਹੈ, ਲਿਖਣਾ ਨਹੀਂ ਹੈ। ਸਾइन ਜੇ ਮਾਈਨਸ ਕਰ ਦਈਏ, ਜੇ ਅਸੀਂ π/2 ਮਾਈਨਸ ਕਰੀਏ ਉਹ ਵੀ cos ਹੁੰਦਾ ਹੈ। ਫਿਰ ਦੇਖੋ ਭਾਵੇਂ 90 ਪਲੱਸ ਹੋਵੇ ਭਾਵੇਂ 90 ਮਾਈਨਸ ਹੋਵੇ, ਦੋਨਾਂ ਦੀ ਵੈਲਿਊ cos ओमेगा t ਹੈ, ਪਰ ਅਸੀਂ ਕਿਹੜੀ ਲਿਖਣੀ ਆ ਪਲੱਸ ਵਾਲੀ, क्योंकि इथे साडा एंगल पॉजिटिव है। देखो ओमेगा टी दे नाल प्लस दा साइन है, कोई माइनस नहीं हैगा। ਇਹਦੇ ਵਿੱਚ ਵੀ ਦੇਖੋ ओमेगा टी नाल प्लस है, ਤੇ ਜੇ ਤੁਸੀਂ ਆ ਲਿਖ ਲਈ ਤੇ ओमेगा टी ਦੇ ਨਾਲ ਮਾਈਨਸ ਆ ਗਿਆ ਤੇ ਫੇਜ਼ ਮਾਈਨਸ ਦਾ ਹੋ ਗਿਆ, ਇਸ ਕਰਕੇ ਇਥੋਂ ਕੰਪੈਰੀਜ਼ਨ ਨਹੀਂ ਹੋਣਾ। ਕਲੀਅਰ ਬੇਟਾ? ਇਹ ਸਾइन ਦੇਖਣੇ ਆ ओमेगा टी प्लस है, ਇੱਥੇ प्लस है, ਇਸ ਕਰਕੇ ਅਸੀਂ ਆਹ ਵਾਲੀ ਵੈਲਿਊ ਜਿਹੜੀ ਹੈ ਉਹ ਲੈ ਕੇ ਚੱਲਾਂਗੇ। ਨਾਓ cos ओमेगा टी, देयरफॉर ਸਾਡੇ ਕੋਲ ਕੀ ਬਣ ਗਿਆ I is equal to I नॉट, ਇਹਦੀ ਜਗ੍ਹਾ ਤੇ ਅਸੀਂ ਲਿਖ ਦਾਂਗੇ sin π/2 plus ओमेगा t, ਯਾਨੀ ਕਿ ਜਾਂ π/2 plus ओमेगा t ਤੇ ਜਾਂ ਅਸੀਂ ਲਿਖ ਦਾਂਗੇ ओमेगा t plus π/2। ਨਾਓ ਇਹਨੂੰ ਜਿਹੜਾ ਹੈ ਤੁਸੀਂ ਇਕੁਏਸ਼ਨ ਨੰਬਰ 2 ਪੁੱਟ ਕਰ ਸਕਦੇ ਹੋ। ਹਾਂਜੀ ਬੇਟਾ ਇਹ ਸਾਰਾ ਆਰਟੀਕਲ ਤੁਹਾਨੂੰ ਜਿਹੜਾ ਹੈ ਇੱਥੋਂ ਤੱਕ ਤੁਹਾਨੂੰ ਕਲੀਅਰ ਹੋ ਗਿਆ। ਸਾਡੇ ਕੋਲ ਇਕੁਏਸ਼ਨਸ ਜਿਹੜੀਆਂ ਬਣ ਗਈਆਂ ਨੇ 2। ਹਾਂਜੀ ਬੇਟਾ ਕਿਹੜੀ ਕਿਹੜੀ ਇਕੁਏਸ਼ਨ ਬਣੀ ਹੈ? ਇਹਦੇ ਥੱਲੇ ਮੈਂ ਇਕੁਏਸ਼ਨ ਨੰਬਰ 1 ਲਿਖਣ ਲੱਗਾ ਜੇ, ਤੁਸੀਂ ਨਹੀਂ ਲਿਖਣੀ, ਮੈਂ ਦੁਬਾਰਾ ਜਿਹੜਾ ਹੈ ਇਹਦੇ ਥੱਲੇ ਇਕੁਏਸ਼ਨ ਨੰਬਰ ਜਿਹੜੀ ਹੈ 1 ਲਿਖ ਦਿੱਤੀ ਹੈ। ਬਾਕੀ ਮੈਂ ਸਾਰਾ ਕੁਝ ਇੱਥੋਂ ਰੱਬ ਕਰਨ ਲੱਗਾ ਤੇ ਆਈ ਥਿੰਕ ਤੁਹਾਨੂੰ ਜਿਹੜੀ ਹੈ ਇਕੁਏਸ਼ਨਸ ਜਿਹੜੀਆਂ ਨੇ ਉਹ ਬਣਾਉਣੀਆਂ ਆ ਗਈਆਂ ਨੇ ਕਿ ਕਰੰਟ ਤੇ ਫੇਜ਼ ਦੀ ਜਿਹੜੀ ਹੈ ਉਹ ਇਕੁਏਸ਼ਨ ਕਿਸ ਤਰ੍ਹਾਂ ਬਣੇਗੀ। ਹਾਂਜੀ ਬੇਟਾ ਕਲੀਅਰ? ਦੋਨਾਂ ਨੂੰ ਬੜੇ ਧਿਆਨ ਦੇ ਨਾਲ ਬੇਟਾ ਦੇਖੋ, ਇਹਦਾ ਫੇਜ਼ ਐਂਗਲ ओमेगा t ਹੈ, ਉਹਦਾ ਫੇਜ਼ ਐਂਗਲ ओमेगा t plus π/2 ਹੈ। ਕੀ ਦੋਨਾਂ ਦਾ ਫੇਜ਼ ਸੇਮ ਹੈ? ਇਹਦੇ ਵਿੱਚ ਦੇਖੋ ਸਾइन ਇਹਦਾ ਫੇਜ਼ ਐਂਗਲ ओमेगा t ਤੇ ਦੂਸਰੇ ਦਾ ਜਿਹੜਾ ਫੇਜ਼ ਐਂਗਲ ਹੈ ओमेगा t plus π/2 ਹੈ। ਕਹਿਣ ਦਾ ਮਤਲਬ ਦੋਨਾਂ ਦੇ ਵਿੱਚ ਜੇ ਡਿਫਰੈਂਸ ਕੱਢਦੇ ਆ ਤੇ ਸਾਡਾ ਡਿਫਰੈਂਸ ਕਿੰਨਾ ਆਉਂਦਾ ਹੈ π/2 ਦਾ, 90 ਡਿਗਰੀ ਦਾ ਫਰਕ ਪੈ ਗਿਆ। ਕਿਹਦੇ ਵਿੱਚ 90 ਜ਼ਿਆਦਾ ਹੈ? ਧਿਆਨ ਨਾਲ ਦੇਖੋ, EMF ਚ ਕਿ ਕਰੰਟ ਚ?
ਕਰੰਟ ਦੇ ਵਿੱਚ 90 ਪਲੱਸ ਹੋ ਗਿਆ। ਇਹਦਾ ਮਤਲਬ ਜਿਹੜਾ ਕਰੰਟ ਹੈ ਨਾ ਉਹ 90 ਡਿਗਰੀ ਅੱਗੇ ਚੱਲਦਾ ਹੈ। ਕਿਹਦੇ ਨਾਲੋਂ? EMF ਨਾਲੋਂ। ਇਹ ਇਕੱਠੇ ਨਹੀਂ ਵੇਰੀ ਕਰਨਗੇ। ਇਹ ਰੈਜ਼ਿਸਟੈਂਸ ਵਾਲਾ ਕੇਸ ਨਹੀਂ ਹੈ ਕਿ ਇੱਥੇ ਵੀ ਮੇਗਾ ਟੀ ਹੈ ਤੇ ਇੱਥੇ ਵੀ ਮੇਗਾ ਟੀ ਹੈ ਨਾ। ਇੱਥੇ ਕੀ ਹੈ ਕਿ ਸਾਡੇ ਕੋਲ ਜਿਹੜਾ ਆਲਟਰਨੇਟਿੰਗ ਕਰੰਟ ਹੈ ਇਹ 90 ਡਿਗਰੀ ਜਿਹੜਾ ਹੈ ਉਹ ਅੱਗੇ ਚੱਲ ਰਿਹਾ। ਆਓ ਇਸ ਨੂੰ ਅਸੀਂ ਡਿਸਕਸ ਕਰਦੇ ਹਾਂ ਕਿਸ ਤਰ੍ਹਾਂ। ਦੇਖੋ ਧਿਆਨ ਨਾਲ। ਪਹਿਲਾਂ ਤਾਂ ਅਸੀਂ ਇਹਨੂੰ ਇੱਕ ਵੈਲਿਊ ਦੇ ਨਾਲ ਅਸੀਂ ਪਹਿਲਾਂ ਡਿਸਕਸ ਕਰਦੇ ਹਾਂ। ਮੰਨ ਲਓ ਵੀ ਓਮੇਗਾ ਟੀ 0 ਹੈ। ਮੰਨ ਲਓ ਓਮੇਗਾ ਟੀ 0 ਹੈ। ਪਹਿਲਾਂ ਵੀ ਮੈਂ ਡਿਸਕਸ ਕੀਤਾ ਸੀ ਪਿਛਲੇ ਲੈਕਚਰ 'ਚ। ਸਪੋਜ਼ ਓਮੇਗਾ ਟੀ 0। ਜੇ ਸਾਡੇ ਕੋਲ ਓਮੇਗਾ ਟੀ 0 ਹੈ ਦੈਨ ਜੇ ਆ 0 ਹੈ ਇੱਥੇ ਅਸੀਂ 0 ਭਰਾਂਗੇ। therefore I is equal to I naught ਨਾਲ ਆ ਗਿਆ sin ਤੇ 0 plus pi by 2। I is equal to I naught sin pi by 2 is equal to I sin 90 ਕਿੰਨਾ ਹੁੰਦਾ ਹੈ 1 ਤੇ ਸਾਡੇ ਕੋਲ ਵੈਲਿਊ ਕਿੰਨੀ ਆ ਗਈ I naught। I ਦੀ ਵੈਲਿਊ ਦੇਖੋ I naught ਆ ਗਈ। ਜਦੋਂ ਓਮੇਗਾ ਟੀ 0 ਹੈ ਤੇ ਸਾਡਾ ਕਰੰਟ ਮੈਕਸਿਮਮ ਹੋਏਗਾ। ਇਹਦਾ ਮਤਲਬ ਜਦੋਂ ਓਮੇਗਾ ਟੀ 0 ਹੋਏਗਾ ਨਾ ਉਦੋਂ ਸਾਡਾ ਕਰੰਟ ਜਿਹੜਾ ਹੈ ਉਹ ਮੈਕਸਿਮਮ ਹੋਏਗਾ। ਤੇ ਇੱਥੇ ਭਰ ਕੇ ਵੇਖੀਏ ਆਓ। ਓਮੇਗਾ ਟੀ 0 ਹੈ। ਨਾਓ E is equal to E naught sin ਆ ਤੇ ਹੈ ਹੀ ਕੱਲਾ ਓਮੇਗਾ ਟੀ। ਓਮੇਗਾ ਟੀ ਦੀ ਵੈਲਿਊ 0 ਤੇ ਸਾਰਾ ਹੀ 0 ਹੋ ਗਿਆ ਕਿਉਂਕਿ sin 0 ਸਾਡਾ ਕਿੰਨਾ ਹੁੰਦਾ ਹੈ 0। EMF 0 ਹੈ। ਇਹਦਾ ਮਤਲਬ ਜਿਸ ਟਾਈਮ ਤੇ ਕਰੰਟ ਮੈਕਸਿਮਮ ਹੈ ਉਸ ਟਾਈਮ ਤੇ ਸਾਡੀ ਜਿਹੜੀ EMF ਹੈ ਕਿੰਨੀ ਹੋਏਗੀ ਉਹ 0 ਹੋਏਗੀ। ਹਾਂਜੀ ਬੇਟਾ ਫਰਕ ਪੈ ਗਿਆ। ਦੇਖੋ ਇੱਕ ਮੈਕਸਿਮਮ ਤੁਰਿਆ ਫਿਰਦਾ ਤੇ ਇੱਕ ਕਿੰਨਾ ਹੈ ਉਹ 0 ਤੁਰਿਆ ਫਿਰਦਾ। ਉਹ ਹਲੇ ਓਮੇਗਾ ਟੀ 0 ਦੀ ਵੈਲਿਊ ਅਸੀਂ ਲੈ ਕੇ ਚੱਲੇ ਹਾਂ। ਹਾਂਜੀ ਬੇਟਾ ਕਲੀਅਰ। ਤੇ ਜੇ ਅਸੀਂ ਲੈ ਲਈਏ ਇਫ ਓਮੇਗਾ ਟੀ ਨੂੰ ਅਸੀਂ ਪਾਈ ਬਾਈ 2 ਲੈ ਲਈਏ। ਹੁਣ ਅਸੀਂ ਮੇਗਾ ਟੀ ਨੂੰ 90 ਡਿਗਰੀ ਪੂਰਾ ਲੈ ਲਿਆ ਪਾਈ ਬਾਈ 2। ਦੈਨ ਇਹਦੀ ਵੈਲਿਊ ਨਿਕਾਲ ਕੇ ਦੇਖੋ। I ਦੀ ਵੈਲਿਊ I naught sin ਇੱਥੇ ਕਿੰਨਾ ਭਰਾਂਗੇ ਪਾਈ ਬਾਈ 2 ਪਲੱਸ ਕਿੰਨਾ ਪਾਈ ਬਾਈ 2 90 ਪਲੱਸ 90 ਇਹ ਬਣ ਗਿਆ 180। 90 ਪਲੱਸ 90 ਕਿੰਨਾ ਹੁੰਦਾ ਹੈ 180 ਤੇ sin 180 ਦੀ ਵੈਲਿਊ ਕਿੰਨੀ ਹੁੰਦੀ ਹੈ 0 ਤੇ ਉਹ ਸਾਰਾ ਹੀ 0 ਹੋ ਗਿਆ। ਇਹਦਾ ਮਤਲਬ ਜਦੋਂ 90 ਡਿਗਰੀ ਆਏਗਾ ਕਰੰਟ 0 ਹੋ ਗਿਆ। ਤੇ EMF ਦੀ ਗੱਲ ਕਰੀਏ EMF E naught sin 90 ਕਿਉਂਕਿ ਅਸੀਂ 90 ਲੈ ਕੇ ਚੱਲ ਰਹੇ ਹਾਂ ਇੱਥੇ ਅਸੀਂ 90 ਭਰਤਾ ਤੇ sin 90 ਕਿੰਨਾ ਹੁੰਦਾ ਹੈ 1 ਤੇ ਵੈਲਿਊ ਆ ਗਈ E naught। ਇਹਦਾ ਮਤਲਬ ਉਹ 0 ਹੋ ਗਿਆ ਤੇ ਉਹ ਮੈਕਸਿਮਮ ਹੋ ਗਿਆ। ਕਹਿਣ ਦਾ ਮਤਲਬ ਹੈ ਦੋਨਾਂ ਦੇ ਵਿੱਚ ਫੇਜ਼ ਦਾ ਫਰਕ ਹੈ 90 ਡਿਗਰੀ ਦਾ। ਕੌਣ ਲੀਡ ਕਰੇਗਾ ਕੌਣ ਅੱਗੇ ਚਲੇਗਾ? ਕਰੰਟ ਦੇ ਵਿੱਚ ਪਲੱਸ ਹੋ ਗਿਆ ਦੇਖੋ ਪਾਈ ਬਾਈ 2। ਇਹਦੇ ਚ ਲਾਈਨ ਲਿਖਣੀ ਹੈ ਦੀ ਆਲਟਰਨੇਟਿੰਗ ਕਰੰਟ ਲੀਡਸ ਅੱਗੇ ਚਲੇਗਾ ਲੀਡਸ ਦਾ ਆਲਟਰਨੇਟਿੰਗ EMF ਬਾय ਫੇਜ਼ ਐਂਗਲ ਪਾਈ ਬਾਈ 2। ਕਰੰਟ ਜਿਹੜਾ ਹੈ ਉਹ ਲੀਡ ਕਰੇਗਾ ਅੱਗੇ ਚਲੇਗਾ ਤੇ EMF ਉਹਦੇ ਪਿੱਛੇ ਚਲੇਗੀ। ਹਾਂਜੀ ਬੇਟਾ ਕਲੀਅਰ। ਆਓ ਇਸ ਸਾਰੇ ਨੂੰ ਅਸੀਂ ਜਿਹੜਾ ਹੈ ਡਾਇਗਰਾਮ ਦੇ ਨਾਲ ਅਸੀਂ ਜਿਹੜਾ ਇਹਨੂੰ ਰਿਪਰੈਜ਼ੈਂਟ ਕਰ ਲੈਂਦੇ ਆ। ਨਾਓ ਇਨ ਦਿਸ ਟੂ ਡਾਇਗਰਾਮ ਜੋ ਅਸੀਂ ਇਕੁਏਸ਼ਨ ਨੰਬਰ 1 ਤੇ 2 ਦੇ ਵਿੱਚ ਅਸੀਂ ਡਿਸਕਸ ਕੀਤਾ ਹੈ ਸਾਰਾ ਹੀ ਅਸੀਂ ਇਹਦੇ ਵਿੱਚ ਹੁਣ ਅਸੀਂ ਐਕਸਪਲੇਨ ਕਰਾਂਗੇ। ਪਹਿਲੀ ਡਾਇਗਰਾਮ ਦੇ ਵਿੱਚ ਧਿਆਨ ਨਾਲ ਦੇਖੋ। ਜਦੋਂ ਸਾਡਾ ਐਂਗਲ 0 ਡਿਗਰੀ ਹੈ ਸਾਡਾ ਐਂਗਲ ਦੇਖੋ ਇੱਥੇ 0 ਹੈ। ਐਂਗਲ ਜਦੋਂ 0 ਹੈ ਸਾਡੇ ਕੋਲ ਬੇਟਾ ਦੋ ਇਕੁਏਸ਼ਨ ਸੀਗੀਆਂ ਮੈਂ ਇੱਥੇ ਲਿਖ ਦੇਣਾ ਦੁਬਾਰਾ। E is equal to E naught sin omega t ਤੇ ਦੂਸਰੀ ਸੀਗੀ I is equal to I naught sin omega t plus pi by 2। ਜਦੋਂ ਸਾਡਾ ਐਂਗਲ 0 ਹੈ ਐਂਗਲ 0 ਹੋਣ ਕਰਕੇ ਇੱਥੇ 90 ਬਚ ਗਿਆ। ਦੇਖੋ ਮੈਂ ਹੁਣੇ ਸਾਰਾ ਐਕਸਪਲੇਨ ਕੀਤਾ ਸੀ ਤੇ I ਦੀ ਵੈਲਿਊ ਕਿੰਨੀ ਆਈ ਸੀ ਦੇਖੋ I naught
ਜਦੋਂ ਸਾਡਾ ਐਂਗਲ 0 ਹੈ, ਦੇਖੋ ਕਰੰਟ ਸਾਡਾ ਮੈਕਸਿਮਮ ਹੈ I ਨॉट, ਬਟ EMF ਕਿੰਨੀ ਹੈ? ਆਹ ਵਾਲਾ ਜਿਹੜਾ ਡਾਟਡ ਲਾਈਨ ਵਾਲਾ ਬੇਟਾ ਗ੍ਰਾਫ ਹੈ ਉਹ ਕਰੰਟ ਦਾ ਹੈ, ਤੇ ਜਿਹੜਾ ਆ ਸੋਲਿਡ ਗ੍ਰਾਫ ਬਣਾਇਆ ਮੈਂ ਉਹ EMF ਦਾ ਹੈ। ਇੱਥੇ ਐਂਗਲ ਕਿੰਨਾ ਹੈ? 0। ਜੇ ਐਂਗਲ 0 ਹੈ, ਇੱਥੇ 0 ਭਰਾਂਗੇ ਤੇ sin 0 ਸਾਰਾ 0 ਹੋ ਗਿਆ, EMF ਇੱਥੋਂ ਚਾਲੂ ਹੋਏਗੀ। ਪਰ ਕਰੰਟ ਸਾਡਾ ਜਿਹੜਾ ਹੈ 0, ਇੱਥੇ 90 ਡਿਗਰੀ ਬਚਣ ਕਰਕੇ ਸਾਡਾ ਕਰੰਟ ਮੈਕਸਿਮਮ ਹੋ ਗਿਆ। ਹਾਂਜੀ ਬੇਟਾ ਕਲੀਅਰ? ਤੇ ਜਦੋਂ ਐਂਗਲ π/2 ਹੋ ਗਿਆ, ਕਰੰਟ ਵਾਪਸ 0 ਤੇ ਆ ਗਿਆ ਤੇ EMF ਦੇਖੋ ਉੱਪਰ ਚਲੀ ਗਈ। ਸਟਾਰਟਿੰਗ ਤੇ ਕਰੰਟ ਮੈਕਸਿਮਮ ਚੱਲ ਰਿਹਾ ਹੈ ਤੇ EMF ਪਿੱਛੇ ਹੈ। करंट मैक्सिमम EMF 0। 90 डिग्री बाद की होएगा? करंट 0 हो गया, EMF जी है वो मैक्सिमम होगी। बेटा क्लियर? उस तो बाद पाई एंगल ते करंट मैक्सिमम ते EMF 0, इस तरह O मैक्सिमम ते O 0। कहने का मतलब है दोनों अगे पिछे चलणगे, 90 दा डिफरेंस होएगा। कौन अगे चलेगा? करंट चलेगा अगे 90 डिग्री। बेटा आ वक्री वक्री वैल्यू भर के असी जड़ा है इन्हां विच वैल्यू भरी चलो, ਉਹਦੇ अकॉर्डिंग तुहानू सारे दा सारा जड़ा है ग्राफ पता लग जाएगा। मैं स्टार्टिंग वाली वैल्यू जड़ी 0 वाली ते π/2 वाली वैल्यू मैं पिछे तुहानू हुणे जड़ा मैं रब करता वो तुहानू दिखाई सी। हाँ जी बेटा क्लियर? ਇਹ ਇਕੱਠੇ वेरी नहीं करते। कौन अगे लीड कर रहा? करंट अगे लीड कर रहा है, बिल्कुल ठीक। कौन पीछे रह गया? EMF पीछे रह गई। दो तरीके ना कह सकते हैं, करंट लीड या EMF लैग्स बिहाइंड, दो वर्ड असी यूज कर सकते हैं। नाउ दिस इज अ फेजर डायग्राम। ए पिछे भी आपां डिस्कस कीती सी। सब नाल पहला असी एक जिहड़ा है क्रॉस लवांगे जिस असी ग्राफ प्लॉट करते हैं। इथे ओरिजिन आ गया, ओरिजिन तो सब नाल पहला एक वैक्टर असी प्लॉट कर लिया जिहदा नाम की हैगा साडे कोल E नॉट। ਤੇ ਇਹਦਾ ਫੇਜ਼ ਐਂਗਲ ਕਿੰਨਾ? ਦੇਖੋ E नॉट ਦਾ ਓਮੇਗਾ टी। ਸਭ ਨਾਲ ਪਹਿਲਾਂ ਆਹ ਚੀਜ਼ ਡਰਾ ਕਰਦੇ ਆ, ਜਿਹੜੀ ਮਰਜ਼ੀ ਫੇਜ਼ ਦਾ ਡਾਇਗਰਾਮ ਹੋਵੇ। ਨਾਓ ਕਲੀਅਰ? ਹੁਣ I नॉट ਨੂੰ ਡਰਾ ਕਰਨਾ ਹੈ। ਪਿਛਲੇ ਲੈਕਚਰ 'ਚ ਮੈਂ ਪੂਰੀ ਡਿਟੇਲ 'ਚ ਸਮਝਾਈ ਇਹਦੇ ਬਾਰੇ। ਨਾਓ I नॉट ਨੂੰ ਡਰਾ ਕਰਨਾ ਹੈ ਤੇ I नॉट ਨੂੰ ਵੀ ਵੈਕਟਰ ਨਾਲ ਹੀ ਡਰਾ ਕਰਨਾ ਹੈ। ਪਹਿਲਾਂ ਇਹਦਾ ਐਂਗਲ ਦੇਖੋ, ਇਹਦਾ ਐਂਗਲ ਓਮੇਗਾ टी ਨਹੀਂ ਹੈ, ਉਹਦਾ ਤੇ ਓਮੇਗਾ टी ਸੀ। ਇਹਦਾ ਓਮੇਗਾ टी प्लस π/2 है, 90 डिग्री अगे है, ज्यादा है। ਤੇ ਇਹਦਾ मतलब है कि करंट वाला ए ओमेगा टी हो गया। मेगा टी तो बाद आ देखो बिल्कुल ਇਹਦੇ 90 डिग्री अगे चले गए, 90 अगे चला गया मैं। ਤੇ ਇਹ ਸਾਡੇ ਕੋਲ ਜਿਹੜਾ ਹੈ I नॉट ਨੂੰ ਅਸੀਂ ਸ਼ੋ ਕਰਾਂਗੇ। EMF ਦਾ ਫੇਸ ओमेगा टी ਤੇ I नॉट ਦਾ ਕਿੰਨਾ ਹੋ ਗਿਆ? ओमेगा टी प्लस π/2। ਤੇ ਫੇਜ਼ਰ ਕਿੱਧਰ ਨੂੰ ਮੂਵ ਕਰ ਸਕਦਾ ਹੈ, ਰੋਟੇਟ ਕਰ ਸਕਦਾ ਹੈ? एंटी क्लॉकवाइज डायरेक्शन दे विच। हाँ जी बेटा क्लियर? इथों साफ पता लगता है कि EMF ते करंट सेम फेज च नहीं हैगे। कौन अगे है? करंट जिहड़ा है 90 डिग्री अगे तुरिया, किहदे नालों? EMF दे नालों। नाउ ਇਹ ਦੋਨੋਂ ਡਾਇਗਰਾਮਸ बेटा ਜਿਹੜੀ ਹੈ ਇਹਨਾਂ ਦੀ ਬਣਾਉਣ ਦੀ ਜਿਹੜੀ ਹੈ ਵੱਧ ਤੋਂ ਵੱਧ ਤੁਸੀਂ ਜਿਹੜੀ ਹੈ ਪ੍ਰੈਕਟਿਸ ਕਰਨੀ ਹੈ। ਫਿਰ ਤੁਹਾਨੂੰ बेटा ਜਿਹੜੀ ਫੇਜ਼ਰ ਡਾਇਗਰਾਮਸ ਹੈ ਉਹ ਬਣਾਣੀ ਆ ਜਾਏਗੀ। ਇਸ ਪੂਰੇ ਯੂਨਿਟ ਦੇ ਵਿੱਚ ਫੇਜ਼ਰ ਡਾਇਗਰਾਮ ਬਹੁਤ ਹੀ ਜ਼ਿਆਦਾ ਜਿਹੜੀ ਹੈ ਇੰਪੋਰਟੈਂਟ ਹੈ। ਬੇਟਾ ਅਸੀਂ I is equal to I नॉट sin ओमेगा टी ਡਰਾਈਵ ਕੀਤੀ ਸੀ ਇਕੁਏਸ਼ਨ। ਹਾਂਜੀ ਕੀਤੀ ਸੀ ਨਾ। ਇਹਦੇ ਵਿੱਚੋਂ ਬੇਟਾ I नॉट ਕੀ ਸੀਗਾ? I नॉट ਦੀ ਵੈਲਿਊ ਸੀਗੀ E नॉट ਓਵਰ 1 ਓਵਰ C ओमेगा। ਇਹ ਪਿੱਛੇ ਬੇਟਾ ਆਪਾਂ ਡਿਸਕਸ ਕੀਤੀ ਹੈ, ਦੇਖੋ ਕਾਪੀ ਤੇ ਤੁਸੀਂ ਨੋਟ ਕਰ ਲਿਆ। I नॉट ਦੀ ਵੈਲਿਊ ਕਿੰਨੀ ਸੀ? E नॉट ਓਵਰ 1 ਓਵਰ C ओमेगा। नाउ व्हाट इज दिस? बेटा ਇਹਦੀ यूनिट ਕਿਹੜੇ ਸੀਗੇ? ਇਹਦੇ यूनिट ਸੀਗੇ ਰੈਜ਼ਿਸਟੈਂਸ ਵਾਲੇ। ਇਹਦੇ यूनिट ਸੀਗੇ बेटा ਰੈਜ਼ਿਸਟੈਂਸ ਵਾਲੇ, ਮੈਂ ਪ੍ਰੂਵ ਕਰਕੇ ਦਿਖਾਏ ਸੀਗੇ। नाउ I नॉट is equal to E नॉट over XC। ਇਹ ਸਾਰੇ ਨੂੰ ਅਸੀਂ XC ਬੋਲਾਂਗੇ। XC ਦਾ मतलब कैपेसिटिव रिएक्टेंस। ध्यान रखना है, वर्ड नवा आ गया ਤੁਹਾਡੇ ਵਾਸਤੇ। हैगी है रजिस्टेंस ही है, हैगी है रजिस्टेंस है, कैपेसिटर वाली रजिस्टेंस। ਇਹਨੂੰ ਅਸੀਂ ਬੋਲਦੇ ਆ कैपेसिटेंस, कैपेसिटिव रिएक्टेंस। X ਦਾ मतलब रिएक्टेंस,
What is reactance? It is a resistance offered by capacitor for AC. AC वास्ते कैपेसिटर जिन्नी resistance offer करेगा ਉਹਨੂੰ ਬੋਲਾਂਗੇ कैपेसिटिव reactance। ਇਹਨੂੰ XC ਬੋਲਦੇ ਬੇਟਾ, ਇਹਨੂੰ resistance ਨਹੀਂ ਬੋਲਦੇ। AC ਦੀ resistance ਜਿਹੜੀ ਹੁੰਦੀਆਂ ਨੇ ਉਹਦੇ ਵਾਸਤੇ ਇੱਕ ਸਪੈਸ਼ਲ ਵਰਡ ਹੈ reactance। कैपेसिटिव reactance ਹੈਗੀ ਕੀ ਹੈ? resistance। ਜੇ ਕੋਈ ਪੁੱਛੇ ਇਹਦਾ ਯੂਨਿਟ ਕੀ ਹੋਏਗਾ, ਕੋਈ ਪੁੱਛੇ ਇਹਦਾ ਯੂਨਿਟ, ਤੁਸੀਂ ਬੋਲੋਗੇ ਇਹਦਾ ਯੂਨਿਟ ਜਿਹੜਾ ਓਮ, ਕਿਉਂਕਿ ਇਹ ਹੈਗੀ ਤੇ ਰੈਜ਼ਿਸਟੈਂਸ ਹੀ ਹੈ, ਬਸ ਉਹਦਾ ਨਾਮ ਚੇਂਜ ਕੀਤਾ ਹੈ ਕੈਪੈਸਿਟਿਵ ਰਿਐਕਟੈਂਸ। ਨਾਓ ਕਮ ਟੂ ਮੇਨ ਪੁਆਇੰਟ। ਨਾਓ XC ਦੀ ਵੈਲਿਊ ਕਿੰਨੀ ਹੈ? ਨਾਓ XC is equal to omega C। XC ਦੀ ਵੈਲਿਊ ਆ ਗਈ 1 over omega C, ਤੇ XC is equal to 1 over 2 pi nu C। बेटा आ फार्मूला बन गया। ओमेगा का फार्मूला की होता है? बिकॉज ओमेगा इज इक्वल टू 2 pi nu। ओमेगा का जो फार्मूला होता है 2 pi nu होता है। यह साडा फार्मूला अपने हमेशा बेटा माइंड दे विच रखना है। कैपेसिटिव रिएक्टेंस का फार्मूला ए मैं जुबानी पूछने भी जे ते पेपर दे विच भी इहदी ਜਿਹੜੇ ਬਹੁਤ ਜ਼ਿਆਦਾ ਕੁਐਸਚਨ ਆਣੇ ਆ। what is the formula for XC? it is 1 over 2 pi nu C। what is nu? here nu is the frequency। here nu is equal to ਸਾਡੀ ਹੈਗੀ ਆ frequency of AC। ਇਹ alternating current ਦੀ frequency ਹੈ। ਹਾਂਜੀ clear? now case first for DC। ਜੇ ਸਾਡੇ ਕੋਲ ਬੇਟਾ ਡਾਇਰੈਕਟ ਕਰੰਟ ਹੈ, ਸਿੱਧਾ ਕਾਂਸਟੈਂਟ ਕਰੰਟ, DC ਕਰੰਟ ਵੋਲਟੇਜ, ਤੇ DC ਜਿਹੜਾ ਵੋਲਟੇਜ ਹੈ ਉਹ ਵੇਰੀ ਨਹੀਂ ਕਰਦੀ। ਵੇਰੀ ਤੇ ਸਿਰਫ ਆਲਟਰਨੇਟਿੰਗ ਕਰਦਾ, ਇਸ ਕਰਕੇ ਉਹਦੀ ਫ੍ਰੀਕੁਐਂਸੀ ਹੁੰਦੀ ਹੈ। ਫ੍ਰੀਕੁਐਂਸੀ ਦਾ ਮਤਲਬ ਨੰਬਰ ਆਫ ਸਾਈਕਲ ਪਰ ਸੈਕਿੰਡ। ਇਹ ਤੁਸੀਂ +1 ਚ ਪੜਿਆ ਕਿ ਨੰਬਰ ਆਫ ਸਾਈਕਲ, ਜਿਸ ਤਰ੍ਹਾਂ 1 2 3, ਇਸ ਤਰ੍ਹਾਂ 1 ਸੈਕਿੰਡ ਚ ਕਿੰਨੇ ਚੱਕਰ ਲਗਾ ਲੇ, ਉਹ ਫ੍ਰੀਕੁਐਂਸੀ ਹੁੰਦੀ ਹੈ AC ਦੀ। ਤੇ ਮੈਂ ਪਹਿਲਾਂ ਵੀ ਦੱਸੀ ਸੀ ਕਿ AC ਦੀ ਫ੍ਰੀਕੁਐਂਸੀ 50 ਹਰਟਜ਼ ਹੁੰਦੀ ਹੈ, ਤੇ ਹਰਟਜ਼ ਯੂਨਿਟ ਹੁੰਦਾ ਹੈ ਫ੍ਰੀਕੁਐਂਸੀ ਦਾ। ਨਾਓ ਮੈਂ ਗੱਲ ਕਰ ਲਾਂਗਾ ਪਹਿਲਾਂ DC ਵਾਸਤੇ। ਫॉर DC nu is equal to 0। ਬੇਟਾ DC ਜਿਹੜੀ ਹੁੰਦਾ ਹੈ ਡਾਇਰੈਕਟ ਕਰੰਟ ਜਿਹੜੀ ਹੈ ਇਹਦੀ ਫ੍ਰੀਕੁਐਂਸੀ 0 ਹੈ, ਇਹ ਵੇਰੀ ਹੀ ਨਹੀਂ ਕਰਦਾ, ਹੈ ਕਾਂਸਟੈਂਟ ਕਰੰਟ ਹੈ। nu 0 ਹੈ, ਇੱਥੇ ਭਰਾਂਗੇ। therefore XC equal to 1 over 2 pi, ਇੱਥੇ 0 ਆ ਗਿਆ, ਨਾਲ C ਆ ਗਿਆ, ਤੇ 1 over 0, ਕਿਉਂਕਿ ਇਹ ਸਾਰਾ ਹੀ 0 ਹੋ ਗਿਆ, ਤੇ ਕਿਸੇ ਨੂੰ 0 ਨਾਲ ਡਿਵਾਈਡ ਕਰੀਏ ਤੇ ਇਨਫਾਈਨਾਈਟ। ਸਾਡੇ ਕੋਲ ਜਵਾਬ ਕੀ ਆ ਗਿਆ? ਇਨਫਾਈਨਾਈਟ, ਇਨਫਿਨਿਟੀ। 1 over 0 ਕਿੰਨਾ ਹੁੰਦਾ ਹੈ? ਇਨਫਿਨਿਟੀ। ਬੇਟਾ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। DC ਦੀ ਫ੍ਰੀਕੁਐਂਸੀ 0 ਭਰਨ ਦੇ ਨਾਲ ਸਾਡੀ ਕੈਪੈਸਿਟਿਵ ਰਿਐਕਟੈਂਸ ਕਿੰਨੀ ਆ ਗਈ? ਇਨਫਿਨਿਟੀ। ਇਹਦਾ ਮਤਲਬ ਜਿਹੜਾ ਸਾਡਾ ਕੈਪੈਸਿਟਰ ਹੈ ਉਹ DC ਵਾਸਤੇ ਕਿੰਨੀ ਰੈਜ਼ਿਸਟੈਂਸ ਆਫਰ ਕਰਦਾ ਹੈ? ਇਨਫਾਈਨਾਈਟ। ਕੈਪੈਸਿਟਰ ਜਿਹੜਾ ਹੈ DC ਵਾਸਤੇ ਇਨਫਾਈਨਾਈਟ ਰੈਜ਼ਿਸਟੈਂਸ ਆਫਰ ਕਰਦਾ ਹੈ। therefore ਕੈਪੈਸਿਟਰ offer infinite resistance for DC। DC वास्ते इनफाइनाइट रेजिस्टेंस किसे लिखा है बेटा? आर रेजिस्टेंस है। कितनी वैल्यू आई? इनफिनिटी। कादे वास्ते आई? DC वास्ते। ਇਹਦਾ मतलब कैपेसिटर offer infinite resistance for DC, that is it block DC। DC ਨੂੰ ਬਲੌਕ ਕਰ ਦੇਗਾ। ਰੈਜ਼ਿਸਟੈਂਸ ਇਨਫਾਈਨਾਈਟ ਆ ਗਈ, ਇੰਨੀ ਜ਼ਿਆਦਾ ਰੈਜ਼ਿਸਟੈਂਸ ਆ ਗਈ ਹੈ, ਇਹਦਾ ਮਤਲਬ ਕੈਪੈਸਿਟਰ ਦੇ ਵਿੱਚੋਂ ਪਾਸ ਹੀ ਨਹੀਂ ਹੋਣੀ। DC ਵੋਲਟੇਜ ਕਦੀ ਵੀ ਕੈਪੈਸਿਟਰ ਦੇ ਵਿੱਚੋਂ ਪਾਸ ਨਹੀਂ ਹੋ ਸਕਦੀ। ਕੈਪੈਸਿਟਰ ਕਿਹਨੂੰ ਬਲੌਕ ਕਰਦਾ ਹੈ? ਕੈਪੈਸਿਟਰ ਜਿਹੜਾ ਹੈ ਸਾਡਾ DC ਨੂੰ ਜਿਹੜਾ ਹੈ ਉਹ ਬਲੌਕ ਕਰ ਦਿੰਦਾ। ਕੈਨ DC ਵੋਲਟੇਜ ਪਾਸ ਥਰੂ ਕੈਪੈਸਿਟਰ? नो, कैपेसिटर दे विचों DC वोल्टेज पास नहीं हो सकती। नाउ केस नंबर 2
ਅੱਗੇ ਆਏਗਾ ਫॉर AC। ਹੁਣ ਅਸੀਂ ਜੇ AC ਦੀ ਗੱਲ ਕਰੀਏ, AC ਵਾਸਤੇ ਫॉर AC ਨਿਊ ਇਜ਼ ਫਾਈਨਾਈਟ। बेटा न्यू ਦੀ ਕੁਛ ਨਾ ਕੁਛ ਵੈਲਿਊ ਹੁੰਦੀ ਹੈ। ਫॉर एग्जांपल ਅਸੀਂ ਗੱਲ ਕਰੀਏ ਤੇ ਆਪਣੇ ਇੱਥੇ ਕਿੰਨੀ ਚੱਲਦੀ ਹੈ 50 ਹਰਟਜ਼। AC ਦੀ ਵੈਲਿਊ ਜਿਹੜੀ ਹੈ AC ਵਾਸਤੇ ਫ੍ਰੀਕੁਐਂਸੀ ਹੁੰਦੀ ਹੈ, ਉਹ ਕਿੰਨੀ ਵੈਲਿਊ ਹੁੰਦੀ ਹੈ ਸਾਡੇ ਕੋਲ ਪਤਾ ਹੈ, ਇਟ ਇਜ਼ 50 ਹਰਟਜ਼। देयरफॉर ਜਿਹੜਾ XC है 1/2 पाई न्यू C और XC प्रोपोर्शनल टू 1/न्यू। ध्यान ਨਾਲ देखो 2 भी कांस्टेंट, पाई भी कांस्टेंट, C कांस्टेंट, XC किहदे इनवर्सली है फ्रीक्वेंसी दे। ग्रेटर द फ्रीक्वेंसी स्मॉलर विल बी द कैपेसिटिव रिएक्टेंस। जिन्नी फ्रीक्वेंसी ज्यादा होएगी ओनी कैपेसिटिव रिएक्टेंस घट होएगी। ਇਹਦਾ ਮਤਲਬ ਜੇ ਆਲਟਰਨੇਟਿੰਗ ਕਰੰਟ ਹਾਈ ਫ੍ਰੀਕੁਐਂਸੀ ਦਾ ਹੈ ਤੇ ਉਹਦੇ ਵਾਸਤੇ ਰੈਜ਼ਿਸਟੈਂਸ ਘੱਟ ਹੋਏਗੀ ਤੇ ਉਹ ਈਜ਼ੀਲੀ ਪਾਸ ਹੋ ਜਾਏਗਾ, ਤੇ ਜੇ ਫ੍ਰੀਕੁਐਂਸੀ ਘੱਟ ਹੋਏਗੀ ਤੇ ਆ ਜ਼ਿਆਦਾ ਆਨਸਰ ਆਏਗਾ। ਯੂਨੀਵਰਸਲੀ ਹੈ ਦੇਖੋ, ਇਹਦਾ ਮਤਲਬ ਆਲਟਰਨੇਟਿੰਗ ਕਰੰਟ ਪਾਸ ਹੋ ਸਕਦਾ ਹੈ। ਕਿਹੜਾ ਈਜ਼ੀਲੀ ਪਾਸ ਹੋਏਗਾ? ਜਿਹਦੇ ਵਾਸਤੇ ਰੈਜ਼ਿਸਟੈਂਸ ਘੱਟ ਆਫਰ ਕਰੇਗਾ। ਗ੍ਰੇਟਰ ਦਾ ਫ੍ਰੀਕੁਐਂਸੀ स्मॉलर द resistance, hence high frequency alternating current can easily pass through the capacitor। ਉਹ easily ਜਿਹੜਾ ਹੈ ਇਹਦੇ ਵਿੱਚੋਂ ਜਿਹੜਾ ਉਹ ਪਾਸ ਹੋ ਸਕਦਾ ਹੈ। ਹਾਂਜੀ ਬੇਟਾ ਕਲੀਅਰ। ਤੇ ਜੇ ਫ੍ਰੀਕੁਐਂਸੀ ਸਮਾਲ ਹੋਏਗੀ ਤੇ XC ਜ਼ਿਆਦਾ ਆ ਗਿਆ। what is XC? it is the resistance। smaller frequency AC ਜਿਹਦੀ ਫ੍ਰੀਕੁਐਂਸੀ ਘੱਟ ਹੈ ਉਹ ਡਿਫਿਕਲਟੀ ਨਾਲ ਪਾਸ ਹੋਏਗਾ। ਬੇਟਾ ਮੰਨ ਲਓ ਇੱਕ 50 ਆ, एक 25 है, केड़ा ऑल्टरनेटिंग करंट इजीली पास होएगा? जल्दी जल्दी बोलो, इन्हां दोनों चो केड़ा इजीली पास होएगा? 50 वाला, क्योंकि फ्रीक्वेंसी ज्यादा है, ज्यादा फ्रीक्वेंसी होने करके इथे रेजिस्टेंस घट होएगी, इजीली पास होएगा। यह पास हो जाएगा बट थोड़ी प्रॉब्लम आएगी। आई थिंक तुहानू इस तक पता लग गया कि जिहड़ा कैपेसिटर है ਉਹ DC ਨੂੰ ਬਲੌਕ ਕਰਦਾ ਹੈ। ਕੈਪੈਸਿਟਰ ਕਿਹਨੂੰ ਬਲੌਕ ਕਰਦਾ ਹੈ? DC ਨੂੰ। AC ਨੂੰ ਪਾਸ ਕਰ ਦੇਗਾ, AC ਵਿੱਚੋਂ ਪਾਸ ਹੋ ਜਾਏਗੀ, ਬਟ ਕਿਹੜੀ ਈਜ਼ੀਲੀ ਪਾਸ ਹੋਏਗੀ? ਹਾਈ ਫ੍ਰੀਕੁਐਂਸੀ AC ਈਜ਼ੀਲੀ ਪਾਸ ਹੋਏਗੀ। ਹਾਂਜੀ ਬੇਟਾ ਕਲੀਅਰ। ਆਈ ਥਿੰਕ ਕਿ ਤੁਹਾਨੂੰ ਅੱਜ ਦਾ ਆਰਟੀਕਲ ਵੀ ਕਲੀਅਰ ਹੋ ਗਿਆ। ਨੈਕਸਟ ਦੇ ਵਿੱਚ ਅਸੀਂ ਇੰਡਕਟਰ ਬਾਰੇ ਜਿਹੜਾ ਆਪਾਂ ਸਟੱਡੀ ਕਰਾਂਗੇ। ਥੈਂਕ ਯੂ।